ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਮਾਰੂ ਮੀਹੇ ਨਾ ਤ੍ਰਿਪਤਿਆ, ਅੱਗੀ ਲਹੈ ਨਾ ਭੁਖ। ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁਖ। ਮਾਰੂ ਮੀਹੇ ਨਾ ਤ੍ਰਿਪਤਿਆ, ਅੱਗੀ ਲਹੈ ਨਾ ਭੁਖ। ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁਖ। ਨਾਨਕ ਸੱਚੇ ਨਾਮ ਕੀ, ਕੇਤੀ ਪੁੱਛਾ ਪੁੱਛ। ਨਾਨਕ ਸੱਚੇ ਨਾਮ ਕੀ, ਕੇਤੀ ਪੁੱਛਾ ਪੁੱਛ। ਮਾਰੂ ਮੀਹੇ ਨਾ ਤ੍ਰਿਪਤਿਆ, ਅੱਗੀ ਲਹੈ ਨਾ ਭੁਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਸ ਭਾਗਾ ਸਮਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਗੁਰੂ ਦੀ ਕਿਰਪਾ ਕਿਸ ਤਰ੍ਹਾਂ ਹੁੰਦੀ ਹੈ? ਜਦੋਂ ਅਸੀਂ ਗੁਰੂ ਦੀ ਆਗਿਆ ਅਨੁਸਾਰ ਚੱਲਦੇ ਹਾਂ, ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਹਾਂ, ਗੁਰੂ ਦੇ ਦਰਸਾਏ ਮਾਰਗ ਤੇ ਚੱਲਦੇ ਹਾਂ, ਗੁਰੂ ਦੇ ਦੱਸੇ ਹੋਏ ਕਰਮ ਕਰਦੇ ਹਾਂ, ਇਹਦੇ ਨਾਲ ਹੀ ਸਾਡੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਜਦੋਂ ਗੁਰੂ ਕਿਸੇ ਤੇ ਮਿਹਰਬਾਨ ਹੁੰਦੇ ਹਨ, ਉਹਨਾਂ ਨੂੰ ਸਤ ਸੰਗਤ ਦੀਆਂ ਘੜੀਆਂ, ਕੀਰਤਨ ਕਥਾ ਦੀਆਂ ਦਾਤਾਂ, ਸੇਵਾ ਸਿਮਰਨ ਦੇ ਮਹਾਨ ਪਵਿੱਤਰ ਅਸੂਲ ਬਖਸ਼ਿਸ਼ ਕਰਕੇ ਉਹਨਾਂ ਦੇ ਜੀਵਨ ਨੂੰ ਸਫਲਾ ਬਣਾ ਦਿੰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਵਾਰ ਮਹੱਲੇ ਪਹਿਲੇ ਦੀ ਹੈ ਅਤੇ ਸ਼ਲੋਕ ਮਿਸ਼ਰਤ ਹਨ। ਵਧੇਰੇ ਗੁਰੂ ਨਾਨਕ ਸਾਹਿਬ ਜੀ ਦੇ ਹੀ ਸ਼ਲੋਕ ਹਨ, ਪਰ ਵਿੱਚ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਤੇ ਤੀਜੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੀ ਸ਼ਲੋਕ ਆ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਨਾਮ ਜਪਣ ਦੀ ਪ੍ਰੇਰਣਾ ਕੀਤੀ ਹੈ। ਜਿਹੜੇ ਗੁਰਸਿੱਖ ਮਾਈ ਭਾਈ
ਪਰਮੇਸ਼ਰ ਦਾ ਨਾਮ ਜਪਦੇ ਹਨ ਕਿ ਉਹਨਾਂ ਦੇ ਮਨ ਦੇ ਵਿੱਚੋਂ ਨਾਮ ਦੀ ਭੁੱਖ ਕਿਸੇ ਸਮੇਂ ਸਮਾਪਤ ਵੀ ਹੋ ਜਾਂਦੀ ਹੈ, ਕਿਉਂਕਿ ਸੰਸਾਰਕ ਦ੍ਰਿਸ਼ਟੀਕੋਣ ਤੋਂ ਜਦੋਂ ਆਪਾਂ ਵਿਚਾਰ ਕੇ ਦੇਖਦੇ ਹਾਂ, ਕਈ ਵਾਰੀ ਮਨੁੱਖ ਨੂੰ ਕਿਸੇ ਪਦਾਰਥ ਦੀ ਭੁੱਖ ਲੱਗਦੀ ਹੈ। ਜਦੋਂ ਉਸ ਨੂੰ ਰੱਜ ਕੇ ਖਾ ਲਵੇ, ਉਹਦੀ ਭੁੱਖ ਸ਼ਾਂਤ ਹੋ ਜਾਂਦੀ ਹੈ। ਕਿ ਨਾਮ ਜਪਣ ਵਾਲਿਆਂ ਦੀ ਵੀ ਭੁੱਖ ਇਸੇ ਤਰ੍ਹਾਂ ਹੀ ਸ਼ਾਂਤ ਹੋ ਜਾਂਦੀ ਹੋਵੇਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਾਨੂੰ ਇਹ ਗੱਲ ਸਮਝਾਉਣ ਲੱਗੇ ਹਨ। ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਹਨ, ਨਾਮ ਜਪਦਿਆਂ ਜਪਦਿਆਂ ਉਹਨਾਂ ਨੂੰ ਐਸਾ ਰਸ ਆਉਂਦਾ ਹੈ, ਐਸਾ ਆਨੰਦ ਆਉਂਦਾ ਹੈ, ਤੇ ਫਿਰ ਉਹ ਹੋਰ ਵਧੇਰੇ ਨਾਮ ਜਪਦੇ ਹਨ। ਜਿਵੇਂ ਜਿਵੇਂ ਵਧੇਰੇ ਨਾਮ ਜਪਦੇ ਹਨ, ਓਨਾ ਹੀ ਵਧੇਰੇ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਇੱਕ ਜਿਗਿਆਸਾ ਪੈਦਾ ਹੁੰਦੀ ਹੈ। ਇੱਕ ਦੂ ਜੀਭੋਂ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਕੀੜਾ ਆਖੀਐ ਹੈ ਏਕ ਨਾਮ ਜਗਦੀਸ਼। ਸਾਡੀ ਇੱਕ ਜ਼ੁਬਾਨ ਤੋਂ ਲੱਖ ਜ਼ੁਬਾਨ ਹੋ ਜਾਵੇ, ਲੱਖ ਤੋਂ ਅੱਗੇ 20 ਲੱਖ ਹੋ ਜਾਣ, ਅਸੀਂ 20 ਲੱਖ ਜ਼ੁਬਾਨਾਂ ਤੋਂ ਲੱਖ ਲੱਖ ਵਾਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੀਏ। ਐਸੀ ਨਾਮ ਦੀ ਭੁੱਖ ਉਹਨਾਂ ਦੇ ਅੰਦਰ ਪੈਦਾ ਹੁੰਦੀ ਹੈ। ਔਰ ਅਖੀਰ ਜਿੰਨਾ ਚਿਰ ਤੱਕ ਉਸ ਨਾਮ ਦੇ ਮਾਲਕ ਨਾਮੀ ਦੇ ਵਿੱਚ ਜਾ ਕੇ ਅਭੇਦ ਨਹੀਂ ਹੋ ਜਾਂਦੇ, ਉਹਨਾਂ ਚਿਰ ਤੱਕ ਉਹਨਾਂ ਦੀ ਇਹ ਭੁੱਖ ਕਦੇ ਵੀ ਸ਼ਾਂਤ ਨਹੀਂ ਹੋ ਸਕਦੀ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੀਆਂ ਸੁੰਦਰ ਉਦਾਹਰਨਾਂ ਦੇ ਕੇ ਉਸ ਨਾਮ ਦੀ ਭੁੱਖ ਦੀ ਗੱਲ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਮਾਰੂ ਮੀਹੇ ਨਾ ਤ੍ਰਿਪਤਿਆ, ਅੱਗੀ ਲਹੈ ਨਾ ਭੁਖ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਾਰੂ ਦਾ ਅਰਥ ਹੈ ਮਾਰੂ ਥਲ, ਰੇਤਲਾ ਇਲਾਕਾ, ਜਿੱਥੇ ਰੇਤ ਦੇ ਹੀ ਟਿੱਬੇ ਹੁੰਦੇ ਹਨ। ਜਿਵੇਂ ਰਾਜਸਥਾਨ ਰੇਗਿਸਤਾਨ ਦੇ ਅੰਦਰ ਰੇਤਾ ਹੀ ਰੇਤਾ, ਟਿੱਬੇ ਹੀ ਟਿੱਬੇ ਦਿਖਾਈ ਦਿੰਦੇ ਹਨ। ਹਜ਼ੂਰ ਕਹਿੰਦੇ ਨੇ ਮਾਰੂ ਮੀਂਹ ਨਾ ਤ੍ਰਿਪਤਿਆ। ਜਿਹੜਾ ਮਾਰੂ ਥਲ ਹੈ, ਰੇਤਲਾ ਇਲਾਕਾ ਹੈ, ਉੱਥੇ ਜਿੰਨਾ ਮਰਜੀ ਮੀਂਹ ਪਈ ਜਾਵੇ, ਪਰ ਉਹ ਮੀਂਹ ਦੇ ਨਾਲ ਕਦੇ ਵੀ ਤ੍ਰਿਪਤ ਨਹੀਂ ਹੁੰਦਾ। ਕਿਉਂਕਿ ਜਿਹੜੀ ਬੰਜਰ ਭੂਮੀ ਹੈ, ਆਮ ਧਰਤੀ ਹੈ, ਜਦੋਂ ਉਸ 'ਤੇ ਮੀਂਹ ਪੈ ਜਾਵੇ ਤੇ ਲੋੜ ਅਨੁਸਾਰ ਉਹ ਉਸ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦੀ ਹੈ। ਪਰ ਜਦੋਂ ਵਧੇਰੇ ਮੀਂਹ ਪੈ ਜਾਂਦਾ ਹੈ, ਫਿਰ ਉਹ ਧਰਤੀ ਦੇ ਉੱਤੇ ਹੀ ਪਾਣੀ ਖਲੋ ਜਾਂਦਾ ਹੈ। ਪਰ ਜੋ ਮਾਰੂ ਥਲ ਹੈ, ਰੇਤਲਾ ਇਲਾਕਾ ਹੈ, ਜਿਵੇਂ ਜਿਵੇਂ ਮੀਂਹ ਪੈਂਦਾ ਹੈ, ਉਵੇਂ ਉਵੇਂ ਰੇਤੇ ਦੇ ਵਿੱਚ ਹੀ ਉਹ ਰਚਦਾ ਜਾਂਦਾ ਹੈ। ਔਰ ਉਹ ਮਾਰੂ ਥਲ ਰੇਤਲਾ ਇਲਾਕਾ ਮੀਂਹ ਦੇ ਨਾਲ ਕਦੇ ਵੀ ਰਜਿਆ ਨਹੀਂ ਹੈ। ਇਹ ਇੱਕ ਸਤਿਗੁਰੂ ਮਹਾਰਾਜ ਨੇ ਉਦਾਹਰਣ ਦਿੱਤੀ ਹੈ। ਜਿਵੇਂ ਮਾਰੂ ਥਲ ਰੇਤਲਾ ਇਲਾਕਾ ਮੀਂਹ ਦੇ ਨਾਲ ਨਹੀਂ ਰਜ ਸਕਿਆ, ਅੱਗੀ ਲਹੈ ਨਾ ਭੁੱਖ। ਅੱਗ ਵੀ ਇੱਕ ਇਹੋ ਜਿਹੀ ਚੀਜ਼ ਹੈ, ਔਰ ਇਹਦੇ ਵਿੱਚ ਜਿੰਨਾ ਮਰਜ਼ੀ ਈਂਧਣ ਪਾਈ ਜਾਓ, ਅੱਗ ਦੀ ਵੀ ਭੁੱਖ ਕਦੇ ਵੀ ਉਤਰਦੀ ਨਹੀਂ ਹੈ। ਕਿਉਂਕਿ ਅੱਗ ਦਾ ਸੁਭਾਅ ਇਹ ਹੈ, ਜੋ ਵੀ ਚੀਜ਼ ਅੱਗ ਦੇ ਵਿੱਚ ਪਾ ਦਿਓ, ਉਹ ਉਸ ਨੂੰ ਭਸਮ ਕਰੀ ਜਾਂਦੀ ਹੈ।
ਅੱਗ ਦੇ ਵਿੱਚ ਜਿੰਨਾ ਮਰਜੀ ਈਂਧਣ ਪਾਈ ਜਾਓ, ਲੱਖਾਂ ਮਣ ਈਂਧਣ ਵੀ ਫੂਕ ਦਿਓ, ਪਰ ਅੱਗ ਵੀ ਰਜਦੀ ਨਹੀਂ ਹੈ। ਨਾ ਮਾਰੂਥਲ ਮੀਂਹ ਦੇ ਨਾਲ ਰਜਿਆ ਤੇ ਨਾ ਹੀ ਜਿਹੜੀ ਅੱਗ ਦੀ ਭੁੱਖ ਹੈ ਉਹ ਈਂਧਣ ਦੇ ਨਾਲ ਕਦੇ ਪੂਰੀ ਹੋਈ ਹੈ। ਜਿੰਨਾ ਜ਼ਿਆਦਾ ਈਂਧਣ ਪਾਈਏ ਓਨੀ ਅੱਗ ਵਧੇਰੇ ਹੋਰ ਭੜਕਦੀ ਹੈ। ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿਸਕ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੀਜੀ ਉਦਾਹਰਣ ਦਿੰਦੇ ਹਨ ਬਈ ਰਾਜਾ ਰਾਜ ਕਰਕੇ ਵੀ ਕਦੇ ਨਹੀਂ ਰੱਜਿਆ। ਆ ਜਿੰਨੇ ਵੀ ਰਾਜੇ ਲੋਕ ਹਨ ਇਹ ਵੀ ਰਾਜ ਕਰਕੇ ਕਦੇ ਰੱਜਦੇ ਨਹੀਂ। ਜੇ ਹੁਣ ਉਹਨਾਂ ਦੇ ਲਈ ਕੋਈ ਸਮਾਂ ਨਿਯਤ ਹੁੰਦਾ ਹੈ ਬਈ ਤੁਸੀਂ 4 ਸਾਲ ਰਾਜ ਕਰਨਾ ਹੈ, 5 ਸਾਲ ਰਾਜ ਕਰਨਾ ਹੈ, ਉਸ ਤੋਂ ਬਾਅਦ ਫਿਰ ਉਹ ਅੱਗੇ ਫਿਰ ਦੁਬਾਰਾ ਯਤਨ ਕਰਦੇ ਹਨ ਕਿ ਅਸੀਂ ਕਾਮਯਾਬ ਹੋ ਜਾਈਏ। ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਕਈ ਲਾਲਚ ਦਿੰਦੇ ਹਨ, ਕਈ ਸਬਜ਼ ਬਾਗ ਦਿਖਾਉਂਦੇ ਨੇ ਤੇ ਕਈ ਡਰਾਬੇ ਵੀ ਦਿੰਦੇ ਹਨ। ਕਿਉਂਕਿ ਵੋਟਾਂ ਲੈਣ ਦੇ ਕਈ ਤਰੀਕੇ ਹੁੰਦੇ ਨੇ ਜਿਨ੍ਹਾਂ ਨੂੰ ਰਾਜੇ ਲੋਕ ਅਕਸਰ ਵਰਤਦੇ ਹਨ। ਉੱਥੇ ਵੱਡੀਆਂ ਵੀ ਚੱਲਦੀਆਂ, ਨਸ਼ੇ ਪੱਤੇ ਵੀ ਚੱਲਦੇ ਨੇ, ਖਰੀਦੋ ਫਰੋਖਤ ਵੀ ਚੱਲਦੀ ਹੈ, ਸਭ ਕੁਝ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਰਾਜਾ ਰਾਜ ਕਰਕੇ ਵੀ ਕਦੇ ਨਹੀਂ ਰੱਜਿਆ। ਕੋਈ ਤੁਹਾਨੂੰ ਐਸਾ ਰਾਜਾ ਨਹੀਂ ਮਿਲੇਗਾ ਜਿਹੜਾ ਇਹ ਆਖ ਦੇਵੇ ਹੁਣ ਮੇਰੀ ਰਾਜ ਕਰਨ ਦੀ ਇੱਛਾ ਖਤਮ ਹੋ ਗਈ ਹੈ। ਰਾਜਾ ਰਾਜ ਕਰਕੇ ਕਦੇ ਨਹੀਂ ਰੱਜਿਆ। ਚੌਥੀ ਉਦਾਹਰਣ ਸਤਿਗੁਰੂ ਦਿੰਦੇ ਨੇ ਸਾਇਰ ਭਰੇ ਕਿਸਕ। ਸਾਇਰ ਦਾ ਅਰਥ ਹੈ ਸਮੁੰਦਰ। ਬਈ ਸਮੁੰਦਰ ਨੂੰ, ਕਿਸਕ ਦਾ ਅਰਥ ਹੈ ਕਿਸਨੇ ਭਰਿਆ ਹੈ। ਭਾਵ ਸਮੁੰਦਰ ਵੀ ਇੱਕ ਇਹੋ ਜਿਹਾ ਪਾਣੀ ਦਾ ਭੰਡਾਰ ਹੈ, ਉਹਦੇ ਵਿੱਚ ਜਿੰਨਾ ਕੋਈ ਮਰਜ਼ੀ ਪਾਣੀ ਪਈ ਜਾਵੇ, ਕੋਈ ਪਾਈ ਜਾਵੇ, ਉਹ ਕਦੇ ਭਰਦਾ ਨਹੀਂ ਹੈ। ਕਿਉਂਕਿ ਸਮੁੰਦਰ ਦੇ ਵਿੱਚ ਸਿਆਣੇ ਪੁਰਸ਼ ਦੱਸਦੇ ਹਨ 999 ਨਦੀਆਂ ਪੈਂਦੀਆਂ ਹਨ, ਪਰ ਵੇਖ ਲਓ ਫਿਰ ਵੀ ਰੱਜਦਾ ਨਹੀਂ ਹੈ। ਉਹਦੇ ਨਾ ਰੱਜਣ ਦਾ ਕਾਰਨ ਕੀ ਹੈ? ਸਿਆਣੇ ਪੁਰਖਾਂ ਨੇ ਇਹ ਗੱਲ ਆਖੀ ਹੈ। ਉਹ ਸਮੁੰਦਰ ਦੇ ਵਿੱਚ ਇੱਕ ਬੜਵਾ ਨਾਲ ਅਗਨੀ ਹੁੰਦੀ ਹੈ। ਜਿੰਨਾ ਵੀ ਪਾਣੀ ਸਮੁੰਦਰ ਦੇ ਵਿੱਚ ਪੈਂਦਾ ਹੈ ਉਸ ਬੜਵਾ ਨਾਲ ਅਗਨੀ ਤੇ ਜਾ ਕੇ ਉਹ ਸਾਰਾ ਹੀ ਵਾਧੂ ਪਾਣੀ ਸੜੀ ਜਾਂਦਾ ਹੈ। ਇਸੇ ਲਈ ਸਮੁੰਦਰ ਕਦੇ ਭਰਦਾ ਨਹੀਂ। ਜਿੰਨਾ ਵਾਧੂ ਪਾਣੀ ਹੁੰਦਾ ਬੜਵਾ ਨਾਲ ਸਾੜੀ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ 4 ਉਦਾਹਰਣਾਂ ਦਿੱਤੀਆਂ ਹਨ। ਜਿਵੇਂ ਮਾਰੂਥਲ ਰੇਤਲਾ ਇਲਾਕਾ ਮੀਂਹ ਦੇ ਨਾਲ ਨਹੀਂ ਕਦੀ ਰੱਜਿਆ। ਅੱਗ ਦੇ ਵਿੱਚ ਜਿੰਨਾ ਮਰਜੀ ਈਂਧਣ ਪਾਈ ਜਾਈਏ ਉਹਦੀ ਭੁੱਖ ਕਦੇ ਨਹੀਂ ਉਤਰੀ। ਰਾਜਾ ਰਾਜ ਕਰਕੇ ਨਹੀਂ ਕਦੇ ਰੱਜਿਆ। ਇਸੇ ਤਰ੍ਹਾਂ ਸਮੁੰਦਰ ਵੀ ਕਿਸੇ ਨੇ ਭਰੇ ਨੇ, ਭਾਵ ਕਿਸੇ ਨੇ ਵੀ ਨਹੀਂ ਭਰੇ। ਸਮੁੰਦਰ ਵੀ ਪਾਣੀ ਦੇ ਨਾਲ ਕਦੇ ਰੱਜਿਆ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਨਾਂ ਦੇ ਮਨ ਦੇ ਅੰਦਰ ਨਾਮ ਜਪਣ ਦੀ ਭੁੱਖ ਇੰਨੀ ਵੱਧ ਜਾਂਦੀ ਹੈ ਤੇ ਜਿੰਨਾ ਵੀ ਉਹ ਵਧੇਰੇ ਨਾਮ ਜਪਦੇ ਹਨ ਉਹਨਾਂ ਨੂੰ ਹੋਰ ਵਧੇਰੇ ਆਨੰਦ ਆਉਂਦਾ ਹੈ। ਤੇ ਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਉਹਨਾਂ ਦੇ ਮਨ ਦੀ ਭੁੱਖ ਵੀ ਕਿਸੇ ਤਰ੍ਹਾਂ ਉਤਰਦੀ ਨਹੀਂ ਹੈ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਨਾਨਕ ਸੱਚੇ ਨਾਮ ਕੀ। ਜਿਹੜੀ ਸੱਚੇ ਨਾਮ ਦੀ ਗੁਰਮੁਖਾਂ ਨੂੰ ਭੁੱਖ ਲੱਗਦੀ ਹੈ ਔਰ ਉਹ ਵੀ ਇੰਨੀ ਮਹਾਨ ਹੈ, ਇੰਨੀ ਪ੍ਰਬਲ ਹੈ ਜਿਵੇਂ ਮਾਰੂਥਲ ਹੁੰਦਾ, ਅੱਗ ਹੁੰਦੀ ਹੈ। ਰਾਜੇ ਦੇ ਮਨ ਵਿੱਚ ਰਾਜ ਕਰਨ ਦੀ ਅਭਿਲਾਖਾ ਹੁੰਦੀ ਹੈ। ਸਮੁੰਦਰ ਦੇ ਵਿੱਚ ਪਾਣੀ ਜਜ਼ਬ ਕਰਨ ਦੀ ਸਮਰੱਥਾ ਹੁੰਦੀ ਹੈ। ਨਾਮ ਜਪਣ ਵਾਲੇ ਦੇ ਮਨ ਦੇ ਵਿੱਚ ਵੀ ਨਾਮ ਦੀ, ਸੱਚੇ ਨਾਮ ਦੀ ਓਨੀ ਹੀ ਭੁੱਖ ਹੁੰਦੀ ਹੈ। ਕੀਤੀ ਪੁੱਛਾਂ ਪੁੱਛ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿੰਨੀਆਂ ਵੀ ਅਸੀਂ ਪੁੱਛਾਂ ਪੁੱਛ ਲਈਏ ਪਰ ਉਹਦੇ ਬਾਰੇ ਕੋਈ ਸਹੀ ਜਵਾਬ ਨਹੀਂ ਮਿਲ ਸਕਦਾ। ਕਿਉਂਕਿ ਨਾਮ ਜਪਣ ਵਾਲਿਆਂ ਨੂੰ ਜੇ ਜਾ ਕੇ ਕੋਈ ਇਹ ਪੁੱਛੇ
ਦੱਸੋ ਵੀ ਤੁਹਾਡੇ ਮਨ ਦੇ ਵਿੱਚ ਨਾਮ ਜਪਣ ਦੀ ਕਿੰਨੀ ਕੁ ਭੁੱਖ ਹੈ। ਉਹ ਇਹਦੇ ਬਾਰੇ ਕੁਝ ਨਹੀਂ ਦੱਸ ਸਕਣਗੇ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਆਦਮੀ ਨੂੰ ਗੁੜ ਖਵਾ ਦਿਓ ਔਰ ਉਹ ਇੰਨਾ ਪ੍ਰਸੰਨ ਹੁੰਦਾ ਹੈ, ਜੇ ਕੋਈ ਪੁੱਛੇ ਵੀ ਕਿੰਨਾ ਕੁ ਤੈਨੂੰ ਸਵਾਦ ਲੱਗਿਆ, ਉਹ ਦੱਸ ਕੁਝ ਵੀ ਨਹੀਂ ਸਕਦਾ। ਇਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਸੱਚੇ ਨਾਮ ਦੇ ਵਿੱਚ ਜੁੜੇ ਹੋਏ ਮਹਾਂਪੁਰਖ ਨੇ, ਉਹਨਾਂ ਨੂੰ ਸੱਚੇ ਨਾਮ ਦੇ ਵਿੱਚੋਂ ਰਸ ਆਉਂਦਾ। ਜਿਵੇਂ ਜਿਵੇਂ ਰਸ ਆਉਂਦਾ ਹੈ, ਹੋਰ ਸੱਚੇ ਨਾਮ ਦੀ ਭੁੱਖ ਲੱਗਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਫਰਮਾਇਆ ਹੈ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਆ ਹੈ ਦੁਖ। ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਔਰ ਉਹ ਸੱਚੇ ਨਾਮ ਦਾ ਅੰਮ੍ਰਿਤ ਭੋਜਨ ਖਾਂਦੇ ਨੇ, ਤੇ ਜਿਵੇਂ ਜਿਵੇਂ ਅੰਮ੍ਰਿਤ ਨਾਮ ਦੇ ਭੋਜਨ ਨੂੰ ਛਕਦੇ ਨੇ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ, ਸਰ ਵੇਲਾ ਮੁਖ ਪਾਵੋ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਉਵੇਂ ਉਹਨਾਂ ਦੇ ਮਨ ਦੇ ਵਿੱਚ ਹੋਰ ਵਧੇਰੇ ਭੁੱਖ ਜਾਗਦੀ ਹੈ। ਉਹ ਇੰਨੀ ਭੁੱਖ ਜਾਗ ਪੈਂਦੀ ਹੈ ਕਿ ਪੁੱਛਾਂ ਪੁੱਛ, ਜੇ ਕੋਈ ਪੁੱਛ ਲਵੇ ਤਾਂ ਇਹਦੇ ਬਾਰੇ ਉਹ ਕੁਝ ਵੀ ਨਹੀਂ ਦੱਸ ਸਕਦੇ। ਨਾਮ ਦੀ ਭੁੱਖ ਇੰਨੀ ਮਹਾਨ ਹੈ ਤੇ ਇੰਨੀ ਸੁਖਦਾਈ ਹੈ ਔਰ ਇੰਨੀ ਆਨੰਦਮਈ ਹੈ, ਉਹ ਕਦੇ ਵੀ ਨਾਮ ਦੀ ਭੁੱਖ ਰੱਜਦੀ ਨਹੀਂ ਹੈ। ਜਿੰਨਾ ਮਰਜੀ ਕੋਈ ਯਤਨ ਕਰੇ, ਜਿੰਨਾ ਮਰਜੀ ਕੋਈ ਪੁੱਛ ਲਵੇ। ਇੱਕ ਥਾਂ ਤੇ ਸਤਿਗੁਰੂ ਦੇ ਬੜੇ ਪਿਆਰੇ ਬਚਨ ਹਨ, ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨ ਪਾਇਆ ਰਾਮ। ਪਰਮੇਸ਼ਰ ਦੇ ਪਿਆਰਿਆਂ ਨੂੰ ਜੇ ਸਾਰੀ ਧਰਤੀ ਸੋਨੇ ਦੀ ਬਣਾ ਕੇ ਵੀ ਕੋਈ ਦੇ ਦੇਵੇ ਤੇ ਉਹਨਾਂ ਨੂੰ ਇਹ ਗੱਲ ਆਖੇ ਬਈ ਤੁਸੀਂ ਹੁਣ ਵਾਹਿਗੁਰੂ ਦੇ ਨਾਮ ਨੂੰ ਜਪਣਾ ਛੱਡ ਦਿਓ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਉਹ ਸੋਨੇ ਦੀ ਧਰਤੀ ਨੂੰ ਵੀ ਤਿਆਗ ਦੇਣਗੇ ਪਰ ਨਾਮ ਨੂੰ ਨਹੀਂ ਛੱਡ ਸਕਦੇ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ। ਜਿਹੜੀ ਸੱਚੇ ਨਾਮ ਦੀ ਭੁੱਖ ਵਾਹਿਗੁਰੂ ਦੇ ਪਿਆਰਿਆਂ ਨੂੰ ਲੱਗਦੀ ਹੈ, ਹਜ਼ੂਰ ਕਹਿੰਦੇ ਮੈਂ ਕਿੰਨੀ ਕੁ ਉਹਦੀ ਪੁੱਛਾਂ, ਉਹਦੇ ਬਾਰੇ ਉਹ ਕੁਝ ਵੀ ਨਹੀਂ ਦੱਸਿਆ ਜਾ ਸਕਦਾ। ਮਹੱਲਾ ਦੂਜਾ। ਨਿਹਫਲੰ ਤਸ ਜਨਮਸ, ਜਾਵਤ ਬ੍ਰਹਮ ਨ ਬਿੰਦਤੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੂਸਰੇ ਸ਼ਲੋਕ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਪਹਿਲਾ ਸਵਾਲ ਕੀਤਾ, ਸੱਚੇ ਪਾਤਸ਼ਾਹ ਇਸ ਮਨੁੱਖਾ ਜਨਮ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਦੂਸਰਾ ਸਵਾਲ ਕੀਤਾ ਕਿ ਸੰਸਾਰ ਭਵਜਲ ਹੈ, ਸੰਸਾਰ ਇੱਕ ਸਮੁੰਦਰ ਹੈ, ਇਸ ਤੋਂ ਕਿਵੇਂ ਪਾਰ ਹੋਇਆ ਜਾ ਸਕਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਨੇਫਲੰ ਤਸ ਜਨਮਸ, ਜਾਵਤ ਬ੍ਰਹਮ ਨ ਬਿੰਦਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਸਾਡੇ ਜੀਵਨ ਦਾ ਪ੍ਰਯੋਜਨ ਕੀ ਹੈ। ਸਾਡੇ ਜੀਵਨ ਦਾ ਪ੍ਰਯੋਜਨ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਥਵਾ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇ ਸੰਜਰੀਆ। ਹਜ਼ੂਰ ਕਹਿੰਦੇ ਜਾਵਤ ਬ੍ਰਹਮ ਨ ਬਿੰਦਤੇ, ਜਿੰਨਾ ਚਿਰ ਤੱਕ ਉਸ ਬ੍ਰਹਮ ਨੂੰ, ਬ੍ਰਹਮ ਦਾ ਅਖਰੀ ਅਰਥ ਹੈ ਵਿਆਪਕ ਸਰੂਪ, ਉਹ ਅਕਾਲ ਪੁਰਖ ਵਾਹਿਗੁਰੂ ਵਿਆਪਕ ਸਰੂਪ ਹੈ, ਨਾ ਬਿੰਦਤੇ, ਜਿੰਨਾ ਚਿਰ ਤੱਕ ਅਸੀਂ ਉਸ ਨੂੰ ਜਾਣ ਨਹੀਂ ਲੈਂਦੇ। ਨਿਫਲੰਗ ਤਸ ਜਨਮਸ, ਤਸ ਦਾ ਅਰਥ ਹੈ ਉਸ ਪੁਰਸ਼ ਦਾ ਜਿਹੜਾ ਜਨਮ ਧਾਰਨ ਕੀਤਾ ਹੋਇਆ ਨਿਸਫਲ ਹੀ ਹੈ, ਕਿਉਂਕਿ ਸਾਡੇ ਜੀਵਨ ਦਾ ਅਸਲੀ ਮਨੋਰਥ ਹੈ ਵਾਹਿਗੁਰੂ ਦੀ ਪ੍ਰਾਪਤੀ। ਤੇ ਜਿੰਨਾ ਚਿਰ ਤੱਕ ਜਾਵਤ ਬ੍ਰਹਮ ਨ ਬਿੰਦਤੇ, ਜਿੰਨਾ ਚਿਰ ਤੱਕ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਨਹੀਂ ਲੈਂਦੇ, ਤੇ ਉਹਨਾਂ ਚਿਰ ਤੱਕ ਸਾਡਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਨਿਸਫਲ ਹੈ, ਬੇਅਰਥ ਹੈ, ਬੇਕਾਰ ਹੈ। ਇਸੇ ਲਈ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਯਤਨ ਕਰਨਾ ਚਾਹੀਦਾ। ਬਹੁਤ ਸਾਰੇ ਮਨਮੁਖ ਲੋਕ ਨੇ ਜਿਹੜੇ ਜੀਵਨ ਦਾ ਉਦੇਸ਼ ਇਹ ਸਮਝੀ ਬੈਠੇ ਨੇ
ਵੀ ਖਾਓ ਪੀਓ ਮੌਜਾਂ ਮਾਣੋ ਐਸ਼ ਕਰੋ, ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਇਹਦੇ ਵਾਸਤੇ ਕਿਸੇ ਕਵੀ ਨੇ ਲਿਖਿਆ ਹੈ, ਤਨ ਚੇਤਨ ਚੇਤਨ ਹੇਤ ਦਿਓ, ਨਾ ਭੋਗਨ ਹੇਤ ਜਗਦੀਸ਼ ਦਿਓ। ਉਸ ਅਕਾਲ ਪੁਰਖ ਨੇ ਜੋ ਸਾਨੂੰ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਹੈ, ਇਹ ਰੱਬ ਦਾ ਚਿੰਤਨ ਕਰਨ ਵਾਸਤੇ, ਪਰਮੇਸ਼ਰ ਦੀ ਭਗਤੀ ਕਰਨ ਵਾਸਤੇ, ਉਸ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਦਿੱਤਾ ਹੈ। ਨਹਿ ਭੋਗਨ ਹੇਤ ਜਗਦੀਸ਼ ਦਿਓ। ਸੰਸਾਰ ਦੇ ਵਿਸ਼ਿਆਂ ਦੇ ਨਸ਼ਿਆਂ ਦੇ ਸੁੱਖ ਭੋਗਣ ਵਾਸਤੇ ਸਾਨੂੰ ਮਨੁੱਖਾ ਜਨਮ ਨਹੀਂ ਮਿਲਿਆ। ਇਹ ਸਾਡੀ ਸੋਚ ਗਲਤ ਹੈ ਕਿ ਇਹ ਜੀਵਨ ਸਾਨੂੰ ਖਾਣ ਪੀਣ ਦੇ ਲਈ ਐਸ਼ੋ ਇਸ਼ਰਤ ਕਰਨ ਵਾਸਤੇ ਮਿਲਿਆ। ਨਹੀਂ, ਇਸ ਦੇ ਜੀਵਨ ਦਾ ਕੋਈ ਹੋਰ ਵੱਡਾ ਪ੍ਰਯੋਜਨ ਹੈ, ਉਹਨੂੰ ਸਮਝਣ ਦੀ ਲੋੜ ਹੈ। ਹਜ਼ੂਰ ਕਹਿੰਦੇ ਜਾਵਤ ਬ੍ਰਹਮ ਨਾ ਬਿੰਦਤੇ। ਜਿੰਨਾ ਚਿਰ ਤੱਕ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਨਹੀਂ ਲੈਂਦੇ, ਉਨਾ ਚਿਰ ਤੱਕ ਸਾਡਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਨਿਸਫਲ ਹੀ ਰਹਿੰਦਾ ਹੈ। ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਗਰੰ ਸੰਸਾਰਸ, ਇਹ ਜਿਹੜਾ ਸੰਸਾਰ ਹੈ ਇਹ ਵੀ ਇੱਕ ਸਾਗਰ ਹੈ, ਇਹ ਵੀ ਇੱਕ ਸਮੁੰਦਰ ਹੈ। ਬਲਕਿ ਗੁਰੂ ਮਹਾਰਾਜ ਨੇ ਬਾਣੀ ਵਿੱਚ ਐਸਾ ਵੀ ਜ਼ਿਕਰ ਕੀਤਾ ਹੈ, ਇਹ ਜਿਹੜਾ ਸੰਸਾਰ ਹੈ ਅੱਗ ਦਾ ਸਮੁੰਦਰ ਹੈ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਗਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਸੰਸਾਰ ਇੱਕ ਉਹ ਸਮੁੰਦਰ ਹੈ ਜਿਹਦੇ ਵਿੱਚ ਉਸ ਨੂੰ ਰਚਣ ਵਾਲੇ ਨੇ ਪਾਣੀ ਦੀ ਥਾਂ ਅੱਗ ਨੂੰ ਪੈਦਾ ਕੀਤਾ ਹੋਇਆ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਨਦੀਆਂ ਪੈਂਦੀਆਂ ਨੇ, ਹਜ਼ੂਰ ਨੇ ਲਿਖਿਆ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਸੰਸਾਰ ਸਮੁੰਦਰ ਦੇ ਵਿੱਚ ਇਹ ਚਾਰ ਅੱਗ ਦੀਆਂ ਨਦੀਆਂ ਪੈ ਰਹੀਆਂ ਨੇ। ਜਿਹੜਾ ਵੀ ਇਹਦੇ ਵਿੱਚ ਪੈ ਜਾਂਦਾ ਹੈ, ਡੁੱਬ ਜਾਂਦਾ ਹੈ, ਉਹ ਉੱਥੇ ਹੀ ਸੜ ਜਾਂਦਾ ਹੈ। ਤੇ ਜਿਹੜਾ ਭਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ ਕੇ ਗੁਰੂ ਦੇ ਚਰਨੀ ਲੱਗ ਜਾਵੇ, ਗੁਰ ਪ੍ਰਸਾਦੀ ਤਰਹਿ ਕੇ, ਤੇ ਫਿਰ ਉਹ ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਸਮੁੰਦਰ ਤੋਂ ਤਰ ਵੀ ਜਾਂਦਾ ਹੈ। ਸੰਸਾਰ ਇੱਕ ਸਮੁੰਦਰ ਹੈ ਔਰ ਇਸ ਤੋਂ ਤਰਨਾ ਬਹੁਤ ਕਠਿਨ ਹੈ। ਗੁਰ ਪ੍ਰਸਾਦੀ ਤਰਹਿ ਕੇ ਦਾ ਅਰਥ ਹੈ ਕੋਈ ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਭਵਸਾਗਰ ਨੂੰ ਤਰਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਚਰਪਟ ਨਾਥ ਨੇ ਸਵਾਲ ਕੀਤਾ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਭਾਰੋ। ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲਮ, ਮੁਰ ਗਾਈ ਨੈ ਸਾਣੇ। ਸੁਰਤ ਸ਼ਬਦ ਭਵਸਾਗਰ ਤਰੀਐ, ਨਾਨਕ ਨਾਮ ਵਖਾਣੇ। ਇਹ ਗੁਰੂ ਦੀ ਜੁਗਤ ਹੈ। ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਹਜ਼ੂਰ ਕਹਿੰਦੇ ਨੇ ਸੰਸਾਰ ਇੱਕ ਸਮੁੰਦਰ ਹੈ, ਪਰ ਕੋਈ ਗੁਰਮੁਖ ਪਿਆਰੇ ਗੁਰੂ ਦੀ ਕਿਰਪਾ ਦੁਆਰਾ ਨਾਮ ਦੇ ਜਹਾਜ਼ ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਕਾਰਣ ਕਾਰਣ ਸਮਰਥ ਹੈ, ਕਹੋ ਨਾਨਕ ਵਿਚਾਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਅਸੀਂ ਤੁਹਾਨੂੰ ਇਹ ਗੱਲ ਵਿਚਾਰ ਕੇ ਦੱਸਦੇ ਹਾਂ, ਕਾਰਨ ਸਮਰੱਥ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਹੈ। ਭਾਵ ਜਿਤਨੇ ਵੀ ਕਾਰਨ ਤੇ ਕਾਰਨ ਉਪਕਰਨ ਨੇ, ਉਹਨਾਂ ਸਾਰਿਆਂ ਨੂੰ ਰਚਣ ਦੇ ਲਈ ਉਹ ਸਮਰੱਥ ਹੈ। ਦੋ ਕਿਸਮ ਦੇ ਕਾਰਨ ਮੰਨੇ ਹਨ, ਇੱਕ ਉਪਾਦਾਨ ਕਾਰਨ ਹੁੰਦਾ, ਦੂਸਰਾ ਨਿਮਿਤ ਕਾਰਨ ਹੁੰਦਾ। ਤੇ ਕਾਰਨ ਕਹਿੰਦੇ ਨੇ ਅਸਾਧਾਰਨ ਕਾਰਨ ਨੂੰ, ਅਸਾਧਾਰਨ ਕਾਰਣੰ ਕਰਣਮ। ਹਜ਼ੂਰ ਕਹਿੰਦੇ ਨੇ ਕਾਰਨ ਸਮਰੱਥ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਨਾਂ ਨੂੰ ਵੀ ਤੇ ਉਪਕਰਨਾਂ ਨੂੰ ਵੀ ਕਰਨ ਲਈ ਸਮਰੱਥ ਹੈ।
ਕਹੋ ਨਾਨਕ ਵਿਚਾਰ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੁਹਾਨੂੰ ਉਸ ਦੀ ਵਿਚਾਰ ਦੱਸਦੇ ਹਾਂ। ਕਾਰਣ ਕਰਤੇ ਵਸ ਹੈ, ਜਿਨ ਕਲ ਰੱਖੀ ਤਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਰ ਕਾਰਨ ਉਸ ਕਰਤਾ ਪੁਰਖ ਦੇ ਵਸ ਹੈ। ਕਿਉਂਕਿ ਜਿਵੇਂ ਸ੍ਰਿਸ਼ਟੀ ਰਚਨਾ ਦੇ ਕਈ ਕਾਰਨ ਮੰਨੇ ਹਨ, ਕਿਸੇ ਨੇ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨੀ ਹੈ, ਕਿਸੇ ਨੇ ਪ੍ਰਕਿਰਤੀ ਤੋਂ, ਕਿਸੇ ਨੇ ਅਗਿਆਨ ਤੋਂ, ਕਿਸੇ ਨੇ ਮਾਇਆ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨੀ ਹੈ। ਤੇ ਕਈ ਮੁਸਲਮਾਨ ਲੋਕ ਕਹਿੰਦੇ ਨੇ ਬਾਬਾ ਆਦਮ ਤੋਂ ਆਦਮ ਸ੍ਰਿਸ਼ਟੀ ਪੈਦਾ ਹੋਈ ਹੈ, ਅਤੇ ਕਈ ਪੌਰਾਣਿਕ ਮਤ ਵਾਲੇ ਉਹ ਸ਼ੰਭੂ ਮੁਨ ਤੇ ਸਤਰੂਪਾ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨੇ ਵੀ ਕਾਰਨ ਨੇ ਹਰ ਇੱਕ ਕਾਰਨ ਉਸ ਕਰਤਾ ਪੁਰਖ ਵਾਹਿਗੁਰੂ ਦੇ ਹੱਥ ਵਸ ਹੈ। ਜਿਨ ਕਲ ਰੱਖੀ ਤਾਰ, ਜਿਸਨੇ ਆਪਣੀ ਕਲ ਸ਼ਕਤੀ ਨੂੰ, ਕੁਦਰਤ ਨੂੰ ਧਾਰਨ ਕਰਕੇ ਰੱਖਿਆ ਹੋਇਆ ਹੈ। ਕਿਉਂਕਿ ਵਾਹਿਗੁਰੂ ਦੀ ਸ਼ਕਤੀ ਨਾਲ ਹੀ ਸਭ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ। ਜੇ ਕੋਈ ਕਾਰਨ ਵੀ ਹੈ, ਹੁਣ ਪੰਜ ਤੱਤਾਂ ਦੀ ਗੱਲ ਲੈ ਲਵੋ, ਆਪ ਤੇਜ ਵਾਯ ਪ੍ਰਿਥਵੀ ਆਕਾਸ਼, ਇਹ ਪੰਜੇ ਤੱਤ ਵੀ ਆਪਣੇ ਆਪ ਜੜ ਨੇ। ਜੇ ਵਾਹਿਗੁਰੂ ਦੀ ਸ਼ਕਤੀ ਇਹਨਾਂ ਵਿੱਚ ਨਾ ਹੋਵੇ, ਇਹ ਵੀ ਕੁਝ ਨਹੀਂ ਕਰ ਸਕਦੇ। ਮਾਇਆ ਵੀ, ਪ੍ਰਕਿਰਤੀ ਵੀ, ਕੁਦਰਤ ਵੀ, ਸਭ ਕੁਝ ਆਪਣੇ ਆਪ ਦੇ ਵਿੱਚ ਜੜ ਹੈ। ਜੇ ਵਾਹਿਗੁਰੂ ਦੀ ਚੇਤਨ ਸੱਤਾ ਸ਼ਕਤੀ ਨਾ ਹੋਵੇ, ਕੋਈ ਕੁਝ ਵੀ ਨਹੀਂ ਕਰ ਸਕਦਾ। ਇਸੇ ਲਈ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਹਰ ਕਾਰਨ ਉਸ ਕਰਤਾ ਪੁਰਖ ਵਾਹਿਗੁਰੂ ਦੇ ਹੱਥ ਵਸ ਹੈ, ਜਿਸਨੇ ਆਪਣੀ ਕਲਾ ਸ਼ਕਤੀ ਨੂੰ, ਕੁਦਰਤ ਨੂੰ ਧਾਰਨ ਕਰਕੇ ਰੱਖਿਆ ਹੋਇਆ। ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ। ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਢਾਡੀ ਆਪਣੇ ਆਪ ਨੂੰ ਬਿਆਨ ਕਰਦੇ ਹਨ। ਖਸਮੈ ਕੈ ਦਰਬਾਰ ਢਾਡੀ ਵਸਿਆ। ਇਹ ਜਿਹੜਾ ਢਾਡੀ ਦਾ ਅਰਥ ਹੈ ਕੀਰਤਨੀਆ, ਢਾਡੀ ਦਾ ਅਰਥ ਹੈ ਜਸ ਕਰਨ ਵਾਲਾ। ਹਜ਼ੂਰ ਕਹਿੰਦੇ ਨੇ ਖਸਮੈ ਕੈ ਦਰਬਾਰ ਢਾਡੀ ਵਸਿਆ। ਇਹ ਜਿਹੜਾ ਅਕਾਲ ਪੁਰਖ ਦਾ ਢਾਡੀ ਹੈ, ਕੀਰਤਨੀਆ ਹੈ, ਇਹ ਉਸ ਖਸਮ ਦੇ ਦਰਬਾਰ ਦੇ ਵਿੱਚ ਜਾ ਕੇ ਵਸੇ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਰਤਨ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਕੀਰਤਨ ਕਰਨ ਦੇ ਨਾਲ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਨਿਵਾਸ ਹਾਸਲ ਹੁੰਦਾ ਹੈ। ਕਿਉਂਕਿ ਕੀਰਤਨ ਕਲਯੁਗ ਦਾ ਪ੍ਰਧਾਨ ਸਾਧਨ ਹੈ। ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਹਾਜ਼ੂਰ ਕਹਿੰਦੇ ਨੇ ਖਸਮੈ ਕੈ ਦਰਬਾਰ, ਉਸ ਖਸਮ ਦੇ ਦਰਬਾਰ ਵਿੱਚ ਇਹ ਗੁਰੂ ਕਾ ਢਾਡੀ, ਅਕਾਲ ਪੁਰਖ ਦਾ ਢਾਡੀ ਕੀਰਤਨੀਆ ਜਾ ਕੇ ਵਸਿਆ ਹੈ। ਸੱਚਾ ਖਸਮ ਕਲਾਣ ਕਮਲ ਵਿਗਸਿਆ। ਅਥਵਾ ਖਸਮੈ ਕੈ ਦਰਬਾਰ, ਜਿਹੜਾ ਉਸ ਖਸਮ ਮਾਲਕ ਦਾ ਦਰਬਾਰ ਕੀ ਸਾਧ ਸੰਗਤ ਵਿੱਚ ਸੰਗਤ ਹਰ ਭਰਾ ਵਸੈ ਜੀਓ। ਇਸ ਸੰਗਤ ਰੂਪੀ ਦਰਬਾਰ ਦੇ ਵਿੱਚ ਇਹ ਗੁਰੂ ਦਾ ਢਾਡੀ ਆ ਕੇ ਵਸਿਆ ਹੈ। ਸੱਚਾ ਖਸਮ ਕਲਾਣ, ਔਰ ਇੱਥੇ ਖਸਮ ਦੇ ਦਰਬਾਰ ਸਾਧ ਸੰਗਤ ਵਿੱਚ ਗੁਰਦੁਆਰੇ ਦੇ ਅੰਦਰ ਸੱਚਾ ਖਸਮ ਕਲਾਣ, ਉਹ ਸੱਚੇ ਖਸਮ ਮਾਲਕ ਨੂੰ ਕਲਾਣ ਦਾ ਅਰਥ ਹੈ ਸਲਾਹ ਕੇ। ਇਸ ਸੱਚਖੰਡ ਦਰਬਾਰ ਦੇ ਵਿੱਚ ਸਾਧ ਸੰਗਤ ਸੱਚਖੰਡ ਦਰਬਾਰ ਦੇ ਅੰਦਰ ਉਹ ਸੱਚੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਕਮਲ ਵਿਗਸਿਆ, ਤੇ ਢਾਡੀ ਦਾ ਹਿਰਦਾ ਰੂਪੀ ਕਮਲ ਐਨ ਵਿਗਸਿਆ ਦਾ ਅਰਥ ਗੁਲਾਬ ਦੇ ਫੁੱਲ ਵਾਂਗੂ ਖਿੜ ਗਿਆ ਹੈ। ਖਸਮਹੁ ਪੂਰਾ ਪਾਏ ਮਨਹੁ ਰਹਿਸਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਖਸਮਹੁ ਪੂਰਾ ਪਾਏ। ਉਹ ਖਸਮ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਪੂਰਾ ਮਰਤਬਾ, ਪੂਰਾ ਮਾਨ ਸਨਮਾਨ ਪ੍ਰਾਪਤ ਕਰਕੇ ਮਨੋਂ ਰਹੱਸਿਆ ਪਾਠ ਕਰਨਾ। ਰਹੱਸਿਆ ਨਹੀਂ ਰਹੱਸਿਆ। ਖਸਮਹੁ ਪੂਰਾ ਪਾਏ। ਹਜ਼ੂਰ ਕਹਿੰਦੇ ਉਹ ਖਸਮ ਮਾਲਕ ਦੇ ਦਰ ਤੋਂ ਪੂਰਾ ਮਰਤਬਾ, ਪੂਰਾ ਮਾਨ ਸਨਮਾਨ ਪ੍ਰਾਪਤ ਕਰਕੇ ਮਨੋਂ ਰਸਿਆ,
ਵੀ ਇਹ ਜਿਹੜਾ ਢਾਡੀ ਹੈ, ਗੁਰੂ ਕਾ ਕੀਰਤਨੀਆ ਹੈ, ਮਨੋਂ ਰਹੱਸਿਆ, ਇਹ ਆਪਣੇ ਮਨ ਤੋਂ ਰਹੱਸਿਆ ਦਾ ਅਰਥ ਬਹੁਤ ਹੀ ਪ੍ਰਸੰਨ ਹੋਇਆ, ਆਪਣੇ ਮਨੋਂ ਬਹੁਤ ਖੁਸ਼ ਹੋਇਆ। ਜਦੋਂ ਮਾਲਕ ਵੱਲੋਂ ਪੂਰਾ ਮਰਤਬਾ, ਪੂਰਾ ਮਾਨ ਸਨਮਾਨ, ਸਰੋਪਾਓ ਮਿਲ ਜਾਵੇ ਤੇ ਫਿਰ ਢਾਡੀ ਆਪਣੇ ਮਨੋਂ ਬਹੁਤ ਪ੍ਰਸੰਨ ਹੁੰਦਾ ਹੈ। ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ। ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਨੇ ਕਿਰਪਾ ਕੀਤੀ, ਦੁਸ਼ਮਣ ਕੱਢੇ ਮਾਰ। ਜਿਹੜੇ ਦੁਸ਼ਮਣ ਸਨ, ਸਾਡੇ ਅੰਦਰ ਵੀ ਵੈਰੀ ਬੈਠੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿੰਨੇ ਵਿਕਾਰ ਨੇ, ਜਿੰਨੇ ਐਬ ਨੇ, ਜਿੰਨੇ ਗੁਨਾਹ ਨੇ, ਜਿੰਨੇ ਪਾਪ ਨੇ, ਸਾਰੇ ਸਾਡੇ ਦੁਸ਼ਮਣ ਨੇ। ਦੁਸ਼ਮਣ ਕੱਢੇ ਮਾਰ। ਇਹਨਾਂ ਦੁਸ਼ਮਣਾਂ ਨੂੰ ਉਸ ਵਾਹਿਗੁਰੂ ਨੇ ਮਾਰ ਕੇ ਬਾਹਰ ਕੱਢ ਦਿੱਤਾ। ਸੱਜਣ ਸਰਸਿਆ, ਤੇ ਜਿਹੜੇ ਸੱਜਣ ਮਿੱਤਰ ਸਨ, ਦੋਸਤ ਸਨ, ਉਹ ਬੜੇ ਖੁਸ਼ ਹੋਏ, ਉਹ ਬੜੇ ਪ੍ਰਸੰਨ ਹੋਏ। ਸੱਜਣ ਕਿਹੜੇ ਸਨ? ਜਿਹੜੇ ਸ਼ੁਭ ਗੁਣ ਸਨ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਵੈਰਾਗ, ਵਿਵੇਕ, ਖਟ ਸੰਪਤੀ, ਮੁਮੁਖਸ਼ਤਾ, ਇਸੇ ਤਰ੍ਹਾਂ ਜਿਹੜੇ ਅੰਤਰੰਗ ਸਾਧਨ ਨੇ, ਸਰਵਣ, ਮੰਨਣ, ਨਿਧਿਆਸਨ, ਇਹ ਸਾਰੇ ਬੜੇ ਪ੍ਰਸੰਨ ਹੋਏ। ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਹੁਣ ਢਾਡੀ ਸੱਚਾ ਸਤਿਗੁਰ ਸੇਵਨ, ਵੀ ਸੱਚੇ ਸਤਿਗੁਰੂ ਦੀ ਸੇਵਾ ਕਰ ਰਿਹਾ ਹੈ। ਤੇ ਬਾਕੀ ਵੀ ਜਿਹੜੇ ਗੁਰੂ ਘਰ ਦੇ ਢਾਡੀ ਨੇ, ਕੀਰਤਨੀਏ ਹਨ, ਬਈ ਉਹ ਵੀ ਸੇਵਾ ਕਰਦੇ ਨੇ। ਕੀਰਤਨ ਕਰਨਾ, ਕਥਾ ਕਰਨੀ, ਪ੍ਰਚਾਰ ਕਰਨਾ, ਇਹ ਵੀ ਇੱਕ ਸੇਵਾ ਹੀ ਹੈ। ਹਜ਼ੂਰ ਕਹਿੰਦੇ ਨੇ ਸੱਚਾ ਸਤਿਗੁਰ ਸੇਵਨ, ਜਿੰਨੇ ਗੁਰੂ ਕੇ ਢਾਡੀ ਨੇ, ਕੀਰਤਨੀਏ ਹਨ, ਉਹ ਸੱਚੇ ਸਤਿਗੁਰੂ ਦੀ ਸੇਵਾ ਕਰਦੇ ਹਨ। ਸੱਚਾ ਮਾਰਗ ਦੱਸਿਆ, ਕਿਉਂਕਿ ਸਤਿਗੁਰੂ ਨੇ ਜਿਹੜਾ ਸੱਚਾ ਮਾਰਗ ਹੈ ਵਾਹਿਗੁਰੂ ਦੀ ਭਗਤੀ ਦਾ, ਇਹ ਉਹਨਾਂ ਨੂੰ ਦੱਸਿਆ ਹੈ। ਸੱਚਾ ਸ਼ਬਦ ਵਿਚਾਰ ਕਾਲ ਵਿਧੌਸਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚਾ ਸ਼ਬਦ ਵਿਚਾਰ। ਉਹ ਸੱਚੇ ਸ਼ਬਦ ਨੂੰ ਵਿਚਾਰਦੇ ਨੇ। ਜਿਹੜੇ ਢਾਡੀ ਨੇ ਉਹ ਗੁਰਬਾਣੀ ਦੀ, ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ ਤੇ ਇਸ ਢੰਗ ਦੇ ਨਾਲ ਕਾਲ ਵਿਧੌਸਿਆ। ਵਿਧੌਸਿਆ ਦਾ ਅਰਥ ਹੈਗਾ ਨਾਸ਼ ਕਰਨਾ। ਉਹਨਾਂ ਨੇ ਕਾਲ ਨੂੰ ਵੀ ਵਿਧੌਸਿਆ ਦਾ ਅਰਥ ਹੈ ਨਾਸ਼ ਕਰ ਦਿੱਤਾ। ਸੱਚੇ ਸ਼ਬਦ ਨੂੰ ਵਿਚਾਰ ਕੇ, ਕਿਉਂਕਿ ਸੱਚੇ ਸ਼ਬਦ ਵਿੱਚ ਸ਼ਕਤੀ ਹੈ। ਜਿਹਦੇ ਅੰਦਰ ਸੱਚਾ ਸ਼ਬਦ ਵਸ ਜਾਂਦਾ ਹੈ, ਉਹਦੇ ਨੇੜੇ ਕਾਲ ਨਹੀਂ ਆ ਸਕਦਾ। ਏਕ ਚਿਤ ਜੇ ਇਕ ਸ਼ਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਇਉਂ ਗੁਰਮੁਖਾਂ ਨੇ ਸੱਚੇ ਸ਼ਬਦ ਨੂੰ ਵਿਚਾਰ ਕੇ ਤੇ ਜਿਹੜਾ ਕਾਲ ਸੀ, ਮੌਤ ਸੀ, ਜਮ ਸੀ, ਉਹਨੂੰ ਵੀ ਨਾਸ਼ ਕਰ ਦਿੱਤਾ ਹੈ। ਢਾਡੀ ਕਥੇ ਅਕਥ ਸ਼ਬਦ ਸਵਾਰਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਇਹ ਢਾਡੀ ਗੁਰੂ ਕਾ ਕੀਰਤਨੀਆ ਕਥੇ ਅਕਥ, ਉਸ ਅਕਥ ਕਥਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਕਰ ਰਿਹਾ ਹੈ। ਉਹਦਾ ਜਸ, ਉਹਦੀ ਵਿਆਖਿਆ ਕਰ ਰਿਹਾ ਹੈ। ਸ਼ਬਦ ਸਵਾਰਿਆ, ਕਿਉਂਕਿ ਸ਼ਬਦ ਦੁਆਰਾ ਉਸਨੇ ਆਪਣਾ ਜੀਵਨ ਸਵਾਰ ਲਿਆ ਹੈ ਤੇ ਹੁਣ ਉਸ ਅਕਥ ਵਾਹਿਗੁਰੂ ਦੀ ਕਥਾ ਕਰਕੇ ਦੂਜਿਆਂ ਨੂੰ ਸੁਣਾ ਰਿਹਾ ਹੈ। ਨਾਨਕ ਹਰ ਗੁਣ ਗਹਿਰਾਸ, ਹਰ ਜਿਉ ਮਿਲੇ ਪਿਆਰਿਆ। ਸ਼ਲੋਕ ਮਹੱਲਾ ਪਹਿਲਾ। ਦੁਬਾਰਾ ਪੜ੍ਹ। ਸੱਚਾ ਸ਼ਬਦ ਵਿਚਾਰ ਕਾਲ ਵਿਧੌਸਿਆ। ਢਾਡੀ ਕਥੇ ਆਕਥ ਸ਼ਬਦ ਸਵਾਰਿਆ। ਨਾਨਕ ਗੁਣ ਗਹਿਰਾਸ, ਹਰ ਜਿਉ ਮਿਲੇ ਪਿਆਰਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਗੁਣ ਗਹਿਰਾਸ। ਪੰਕਤੀ ਸ਼ੁੱਧ ਨਹੀਂ ਸੀ ਪੜੀ। ਨਾਨਕ ਗੁਣ ਗਹਿਰਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜਾ ਗੁਰੂ ਕਾ ਢਾਡੀ ਹੈ, ਗੁਣ ਗਹਿਰਾਸ। ਉਹ ਦੇਵੀ ਗੁਣਾਂ ਦੀ ਰਾਸ ਦਾ ਅਰਥ ਹੈ ਪੂੰਜੀ। ਉਹ ਸਤ ਸੰਤੋਖ ਆਦਿਕ ਦੇਵੀ ਗੁਣਾਂ ਦੀ ਪੂੰਜੀ ਨੂੰ ਗਹਿ ਦਾ ਅਰਥ ਹੈ ਗ੍ਰਹਿਣ ਕਰਕੇ। ਹਰ ਜੀਉ ਮਿਲੇ ਪਿਆਰਿਆ,
ਤੇ ਫਿਰ ਉਹ ਉਸ ਪਿਆਰੇ ਪ੍ਰਭੂ ਜੀ ਨੂੰ ਜਾ ਕੇ ਮਿਲ ਗਿਆ। ਜਾਂ ਦੂਜਾ ਇਸ ਤਰ੍ਹਾਂ ਵੀ ਅਰਥ ਕੀਤਾ ਹੈ, ਹਰ ਜੀਉ ਮਿਲੇ ਪਿਆਰਿਆ। ਜਿਸ ਨੇ ਦੇਵੀ ਗੁਣਾਂ ਦੀ ਪੂੰਜੀ ਨੂੰ ਗ੍ਰਹਿਣ ਕੀਤਾ ਹੈ, ਇਕੱਤਰ ਕੀਤਾ ਹੈ, ਤੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਪਿਆਰੇ ਮਿਲ ਗਏ ਨੇ। ਭਾਵ ਉਹ ਜਾ ਕੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਗਿਆ ਤੇ ਜਾਂ ਉਹ ਪਿਆਰੇ ਪ੍ਰਭੂ ਜੀ ਉਸ ਨੂੰ ਆ ਕੇ ਮਿਲ ਗਏ। ਭਾਵ ਅਰਥ ਇੱਕੋ ਹੀ ਹੈ। ਜਿਸ ਨੇ ਗੁਣਾਂ ਦੀ ਰਾਸ ਪੂੰਜੀ ਨੂੰ ਗ੍ਰਹਿਣ ਕੀਤਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਉਸ ਪਿਆਰੇ ਪ੍ਰਭੂ ਜੀ ਨੂੰ ਜਾ ਕੇ ਮਿਲ ਪਿਆ ਹੈ।